ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਯੋਗਤਾ ਦੇ ਪ੍ਰਸੰਗ ਵਿੱਚ। ਜ਼ਰੂਰੀ ਨਹੀਂ ਕਿ ਜਿਸ ਕੋਲ ਦੌਲਤ ਹੋਵੇ ਉਹ ਅਮੀਰ ਵੀ ਹੋਵੇ। ਦੌਲਤ ਕਈ ਢੰਗਾਂ ਨਾਲ ਇਕੱਠੀ ਕੀਤੀ ਜਾ ਸਕਦੀ ਹੈ। ਦੌਲਤ ਨਾਲ ਅਮੀਰੀ ਦਾ ਭੁਲੇਖਾ ਹੀ ਸਿਰਜਿਆ ਜਾ ਸਕਦਾ ਹੈ, ਪਰ ਸੱਚੀ ਅਮੀਰੀ ਉਦੋਂ ਤੱਕ ਨਹੀਂ ਵਾਪਰਦੀ ਜਦੋਂ ਤੱਕ ਜ਼ਿੰਦਗੀ ਦੀਆਂ ਨੀਵੀਆਂ ਚੀਜ਼ਾਂ ਨੂੰ ਵਡੇਰੀਆਂ ਕੀਮਤਾਂ ਲਈ ਵਾਰ ਦੇਣ ਦੀ ਸਹਿਜ ਯੋਗਤਾ ਨਹੀਂ ਉਪਜਦੀ। ਯੋਗਤਾ ਤੋਂ ਬਿਨਾਂ ਦੌਲਤ ਈਰਖਾ ਤੇ ਸਾੜਾ ਉਪਜਾਉਂਦੀ ਹੈ। ਈਰਖਾ ਤੇ ਸਾੜਾ ਸਾਡਾ ਦ੍ਰਿਸ਼ਟੀਕੋਣ ਹੀ ਨਹੀਂ, ਸਾਡਾ ਰਸਤਾ ਵੀ ਤੰਗ ਕਰ ਦਿੰਦੇ ਹਨ। ਜਿਸ ਅਮੀਰੀ ਦਾ ਨਤੀਜਾ ਖੁਸ਼ਹਾਲੀ ਤੇ ਜਿਸ ਖੁਸ਼ਹਾਲੀ ਦਾ ਨਤੀਜਾ ਪ੍ਰਸੰਨਤਾ ਨਹੀਂ, ਉਹ ਕੁਝ ਵੀ ਹੋ ਸਕਦੀ ਹੈ, ਉਹ ਅਮੀਰੀ ਜਾਂ ਖੁਸ਼ਹਾਲੀ ਨਹੀਂ ਹੋਏਗੀ। ਯੋਗਤਾ ਤੋਂ ਬਿਨਾਂ ਪ੍ਰਗਟਾਇਆ ਮਾਣ, ਹੰਕਾਰ ਤੇ ਘੁਮੰਡ ਹੋ ਨਿਬੜਦਾ ਹੈ। ਵਗ ਚੁੱਕੇ ਦਰਿਆਵਾਂ ਦੀ ਸੁੱਕੀ ਰੇਤ ਤੇ ਬਹਿ ਕੇ ਕੀਤੀ ਬਹਿਸ ਨਾਲ ਤਾਰੀਆਂ ਲਾਉਣ ਦੀ ਯੋਗਤਾ ਨਹੀਂ ਉਸਰ ਸਕਦੀ। ਅਕਸਰ ਵੇਖਿਆ ਗਿਆ ਹੈ ਕਿ ਢੋਲ ਜਿੰਨਾ ਵਧੇਰੇ ਖੋਖਲਾ ਹੋਏਗਾ ਉਨਾ ਹੀ ਉਹਦਾ ਸ਼ੋਰ ਵਧੇਰੇ ਹੋਏਗਾ। ਜੀਵਨ ਦੇ ਸਾਰੇ ਖੇਤਰਾਂ ਵਿੱਚ ਸ਼ੋਰ ਵੱਧ ਰਿਹਾ ਹੈ। ਲੋਕਾਂ ਦੀ ਬਹੁ ਗਿਣਤੀ ਜ਼ਿੰਦਗੀ ਦੇ ਹਾਸ਼ੀਏ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜੋ ਸੱਚ ਬੋਲਦੇ ਹਨ ਉਹ ਘੱਟ ਬੋਲਦੇ ਹਨ। ਸਹੀ ਅਰਥਾਂ ਵਿੱਚ ਉੱਚਾ ਸਦਾ ਨੀਵਾਂ ਹੁੰਦਾ ਹੈ। ਕਾਲ ਹਮੇਸ਼ਾ ਸੁਸਤੀ ਵਿੱਚੋਂ ਉਪਜਦੀ ਹੈ। ਹਰ ਚੀਜ਼ ਜਿਸ ਨੂੰ ਮਨੁੱਖ ਜੱਫਾ ਮਾਰਦਾ ਹੈ, ਉਹ ਚੀਜ਼ ਉਸ ਨੂੰ ਜੱਫਾ ਮਾਰ ਲੈਂਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਸਭ ਕੁਝ ਉਸੇ ਕੋਲ ਹੁੰਦਾ ਹੈ ਜੋ ਸਭ ਕੁਝ ਲੁਟਾ ਦੇਵੇ। ਦੂਜਿਆਂ ਨੂੰ ਤ੍ਰਿਪਤ ਕਰਨ ਲਈ ਤੁਹਾਡਾ ਤ੍ਰਿਪਤ ਹੋਣਾ ਪਹਿਲੀ ਸ਼ਰਤ ਹੈ। ਕਮਜ਼ੋਰ ਕਮਜ਼ੋਰਾਂ ਲਈ ਬੋਝ ਹੁੰਦੇ ਹਨ, ਪਰ ਤਾਕਤਵਰਾਂ ਲਈ ਉਹ ਸੁਖਾਵੀਂ ਜ਼ਿੰਮੇਵਾਰੀ ਬਣ ਜਾਂਦੇ ਹਨ। ਕਮਜ਼ੋਰਾਂ ਦਾ ਸਹਾਰਾ ਬਣਨ ਦੀ ਯੋਗਤਾ ਵਾਲੇ ਹੀ ਤਾਕਤਵਰ ਹੁੰਦੇ ਹਨ। ਸ਼ਰਧਾਲੂਆਂ ਦੀ ਕਮਜ਼ੋਰੀ ਉਹਨਾਂ ਦੇ ਧਰਮ ਦੀ ਤਾਕਤ ਹੁੰਦੀ ਹੈ। ਜਿਹੜਾ ਧਰਮ ਖਿਮਾ ਮੰਗਣ ਤੇ ਖਿਮਾ ਕਰਨ ਦੀ ਯੋਗਤਾ ਨਹੀਂ ਉਪਜਾਉਂਦਾ, ਉਹ ਕੁਝ ਵੀ ਹੋ ਸਕਦਾ ਹੈ, ਧਰਮ ਨਹੀਂ ਹੋ ਸਕਦਾ। ਆਤਮਕ ਤੇ ਪਦਾਰਥਕ ਵਿਚਕਾਰ ਸੰਬੰਧ ਜੋੜਨ ਦੀ ਯੋਗਤਾ ਕੇਵਲ ਮਨੁੱਖ ਵਿੱਚ ਹੈ। ਮਨੁੱਖ ਦੇ ਇੱਕ ਹੱਥ ਵਿੱਚ ਪਾਰਸ ਹੈ, ਦੂਜੇ ਵਿੱਚ ਲੋਹਾ, ਪਰ ਉਸ ਨੂੰ ਦੋਵੇਂ ਹੱਥ ਜੋੜਨ ਦੀ ਜਾਚ ਭੁੱਲ ਗਈ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਮਨੁੱਖ ਨੇ ਹਰ ਚੀਜ਼ ਨੂੰ ਸੋਨੇ ਜਿੰਨੀ ਸਸਤੀ ਕਰ ਦਿੱਤਾ ਹੈ। ਮਨੁੱਖ ਦੀ ਦ੍ਰਿਸ਼ਟੀ ਹੁਣ ਇੰਨੀ ਤੰਗ ਹੋ ਗਈ ਹੈ ਕਿ ਉਹ ਇੱਕ ਮੋਰੀ ਵਿੱਚੋਂ ਦੋਵੇਂ ਅੱਖਾਂ ਨਾਲ ਵੇਖ ਸਕਦਾ ਹੈ। ਤੰਗ ਦ੍ਰਿਸ਼ਟੀ ਨਾਲ ਵਿਸ਼ਾਲ ਨਜ਼ਾਰੇ ਨਹੀਂ ਮਾਣੇ ਜਾ ਸਕਦੇ। ਤੰਗ ਦ੍ਰਿਸ਼ਟੀ ਅਗਿਆਨਤਾ ਵਿੱਚ ਉਪਜਦੀ ਹੈ ਤੇ ਅਗਿਆਨਤਾ ਇੱਕ ਅਜਿਹਾ ਹਨੇਰਾ ਹੈ ਜਿਸ ਵਿੱਚ ਨਾ ਚੰਨ ਹੁੰਦਾ ਹੈ ਤੇ ਨਾ ਤਾਰੇ ਹੁੰਦੇ ਹਨ। ਅਗਿਆਨਤਾ ਤੇ ਹਨੇਰਾ ਭਟਕਣ ਦਾ ਸੰਸਾਰ ਹਨ। ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਖੰਡਰ ਵੀ ਰੌਣਕ ਬਣ ਜਾਂਦੇ ਹਨ। ਹਰ ਮਨੁੱਖ ਵਿੱਚ ਸਫਲ ਹੋਣ ਦੀ, ਪ੍ਰਸੰਨ ਹੋਣ ਦੀ ਤੇ ਖੁਸ਼ਹਾਲ ਹੋਣ ਦੀ ਯੋਗਤਾ ਹੁੰਦੀ ਹੈ, ਪਰ ਆਪਣੀ ਯੋਗਤਾ ਤੋਂ ਅਣਜਾਣ ਹੋਣ ਕਾਰਨ ਉਹਨਾਂ ਖੇਤਰਾਂ ਵਿੱਚ ਵਿਚਰਨ ਲਈ ਤੰਗਦਾ ਹੈ ਜਿਹੜੇ ਉਹਦੇ ਖੇਤਰ ਨਹੀਂ ਹੁੰਦੇ। ਨਤੀਜਾ ਇਹ ਹੁੰਦਾ ਹੈ ਕਿ ਉਹ ਕੰਮ ਨੂੰ ਇੱਕ ਵਰਦਾਨ ਸਮਝਣ ਦੀ ਥਾਂ ਪੈਰਾਂ ਵਿੱਚ ਪਈ ਬੇੜੀ ਸਮਝਣ ਲੱਗ ਪੈਂਦਾ ਹੈ ਤੇ ਉਸ ਨੂੰ ਆਪਣੇ ਕੰਮ ਨਾਲ ਹੀ ਨਫ਼ਰਤ ਹੋ ਜਾਂਦੀ ਹੈ। ਪਿਆਰ ਕਰਨਾ ਹੀ ਮੁਸ਼ਕਿਲ ਹੈ, ਨਫ਼ਰਤ ਤਾਂ ਸਾਰੇ ਕਰ ਰਹੇ ਹਨ। ਆਪਣੇ ਕੰਮ ਨੂੰ ਨਫ਼ਰਤ ਕਰਕੇ ਕੋਈ ਵੀ ਚੰਗਾ ਕਾਮਾ ਨਹੀਂ ਬਣ ਸਕਦਾ। ਜੇ ਤੁਸੀਂ ਸਭ ਤੋਂ ਵਧੀਆ ਕਾਮਾ ਬਣੋਗੇ ਤਾਂ ਤੁਹਾਨੂੰ ਆਪ ਮੁਹਾਰੇ ਸਭ ਤੋਂ ਵਧੀਆ ਮਾਲਕ ਮਿਲਣਗੇ। ਆਪ ਚੰਗਾ ਬਣੋ, ਬਿਨਾਂ ਜ਼ਿੰਦਗੀ ਦੇ ਭਰਪੂਰ ਨਜ਼ਾਰੇ ਨਹੀਂ ਵੇਖੇ ਜਾ ਸਕਦੇ। ਦੁਨੀਆ ਕੀ ਕਹੇਗੀ ਇਹ ਸੋਚਣਾ ਹੀ ਕਮਜ਼ੋਰੀ ਹੈ। ਜੇ ਤੁਹਾਨੂੰ ਚੰਗਾ ਲੱਗਦਾ ਹੈ ਤੇ ਜਿਸ ਤੇ ਤੁਸੀਂ ਆਪਣੇ ਆਪ ਨੂੰ ਯੋਗ ਸਮਝਦੇ ਹੋ ਉਹ ਕਰੋ। ਟੁਰਨ ਵਾਲੇ ਹੀ ਪੁੱਜਦੇ ਹਨ। ਮੰਜ਼ਿਲ ਪਾਂਧੂਆਂ ਦੇ ਦੀਦਾਰ ਨੂੰ ਆਪ ਤਰਸਦੀ ਹੈ। ਹਵਾਈ ਕਿਲੇ ਬਣਾਉਣ ਵਾਲੇ ਦੇ ਪੱਲੇ ਹਵਾ ਤੋਂ ਸਿਵਾਏ ਕੁਝ ਨਹੀਂ ਹੁੰਦਾ। ਅਰਜਨ ਨੇ ਰਿਸ਼ਤਿਆਂ ਦਾ ਮੋਹ ਤਿਆਗ ਕੇ ਜਦੋਂ ਰਥਵਾਨ ਦੀ ਅੱਖ ਦਾ ਸੰਕੇਤ ਵੇਖਿਆ ਤਾਂ ਉਸ ਨੂੰ ਕਰਮ ਦੇ ਗੁਆਚੇ ਹੋਏ ਅਰਥ ਲੱਭ ਪਏ। ਗਰਦਿਸ਼ ਵਿੱਚ ਘੁੰਮਦਿਆਂ ਨੂੰ ਕਦੇ ਨਾ ਕਦੇ ਗ੍ਰਹਿਣ ਜ਼ਰੂਰ ਲੱਗਦਾ ਹੈ। ਗ੍ਰਹਿਣ ਇੱਕ ਪੜਾਅ ਦਾ ਸੰਕੇਤ ਹੈ, ਜ਼ਿੰਦਗੀ ਦਾ ਸਦੀਵੀ ਹਨੇਰ ਨਹੀਂ। ਤੁਹਾਡੀਆਂ ਗਲਤੀਆਂ ਨਹੀਂ, ਇਹ ਸਫਲ ਹੋਣ ਦੀ ਯੋਗਤਾ ਰੱਖਣ ਵਾਲੇ ਵਿਅਕਤੀਆਂ ਦੀਆਂ ਗਲਤੀਆਂ ਹਨ। ਗਲਤੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਸਾਨੂੰ ਕੀ ਸਬਕ ਸਿਖਾਉਣਾ ਚਾਹੁੰਦੀ ਹੈ। ਹਰ ਗਲਤੀ ਤੇ ਹਰ ਅਸਫਲਤਾ ਵਿੱਚ ਇੱਕ ਸਬਕ ਛੁਪਿਆ ਹੁੰਦਾ ਹੈ।
ਗਲਤੀਆਂ ਸਿਆਣੇ ਵੀ ਕਰਦੇ ਹਨ, ਪਰ ਗਲਤੀਆਂ ਨੂੰ ਦੁਹਰਾਉਣ ਦਾ ਕਾਰਜ ਮੂਰਖ ਹੀ ਕਰਦੇ ਹਨ। ਅਗਲੀ ਵਾਰੀ ਤੁਸੀਂ ਚੰਗੇਰੀ ਕਾਰਗੁਜ਼ਾਰੀ ਦਾ ਭਰੋਸਾ ਸਿਰਜੋ, ਤੁਹਾਡੀ ਯੋਗਤਾ ਵਿੱਚ ਵਾਧਾ ਹੋਏਗਾ। ਕੰਮ ਪ੍ਰਤੀ ਹਾਂ ਪੱਖੀ ਸੋਚ ਨਾਲ ਸਾਡੀ ਯੋਗਤਾ ਵੱਧ ਜਾਂਦੀ ਹੈ। ਸਹੀ ਅਰਥਾਂ ਵਿੱਚ ਅਸੀਂ ਪਰੇਸ਼ਾਨ ਉਦੋਂ ਹੁੰਦੇ ਹਾਂ ਜਦੋਂ ਅਸੀਂ ਕਿਸੇ ਨੂੰ ਉਹ ਕੰਮ ਕਰਦਿਆਂ ਵੇਖਦੇ ਹਾਂ ਜਿਸ ਨੂੰ ਅਸੀਂ ਅਸੰਭਵ ਸਮਝਦੇ ਰਹੇ ਹਾਂ। ਜ਼ਿੰਦਗੀ ਵਿੱਚ ਪਰੇਸ਼ਾਨੀਆਂ ਅਤੇ ਹਾਦਸਿਆਂ ਦਾ ਦਖਲ ਵੱਧ ਗਿਆ ਹੈ। ਜੀਵਨ ਨੂੰ ਚੰਗੇਰੇ ਤੋਂ ਚੰਗੇਰੇ ਢੰਗ ਨਾਲ ਵਿਅੰਤਣ ਦੇ ਬਾਵਜੂਦ ਹਾਦਸੇ ਵਾਪਰਨਗੇ ਤੇ ਪਰੇਸ਼ਾਨੀਆਂ ਹੋਣਗੀਆਂ। ਜੀਵਨ ਨੂੰ ਨਿਰਵਿਘਨ ਨਹੀਂ ਬਣਾਇਆ ਜਾ ਸਕਦਾ, ਇਸ ਨੂੰ ਹਾਦਸਿਆਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਦੇ ਹਾਦਸੇ ਸਾਡੀ ਯੋਗਤਾ ਨੂੰ ਨਾਪਦੇ, ਤੋਲਦੇ ਤੇ ਪਰਖਦੇ ਹਨ। ਜਿਹੜਾ ਗਲਤੀਆਂ ਨਹੀਂ ਕਰਦਾ ਉਹ ਕੁਝ ਕਰਦਾ ਸਿੱਖਦਾ ਵੀ ਨਹੀਂ। ਜਿਸ ਨਾਲ ਹਾਦਸੇ ਨਹੀਂ ਵਾਪਰਦੇ ਉਸ ਨੂੰ ਅਹਿਸਾਸ ਦੀ ਡੂੰਘਾਈ ਤੇ ਦ੍ਰਿਸ਼ਟੀ ਦੀ ਵਿਸ਼ਾਲਤਾ ਨਹੀਂ ਮਿਲਦੀ। ਪਰਿਸਥਿਤੀਆਂ ਆਮ ਕਰਕੇ ਨਿਰਪੱਖ ਹੁੰਦੀਆਂ ਹਨ, ਜਦੋਂ ਕਿ ਤੁਹਾਡੀ ਦ੍ਰਿਸ਼ਟੀ ਤੇ ਤੁਹਾਡਾ ਅਨੁਭਵ ਉਹਨਾਂ ਨੂੰ ਮੌਕਿਆਂ ਜਾਂ ਰੁਕਾਵਟਾਂ ਦੇ ਰੂਪ ਵਿੱਚ ਵੇਖਦਾ ਹੈ। ਪਾਣੀ ਦਾ ਅੱਧਾ ਗਲਾਸ ਆਸ਼ਾਵਾਦੀਆਂ ਲਈ ਅੱਧਾ ਭਰਿਆ ਹੋਇਆ ਹੁੰਦਾ ਹੈ ਤੇ ਨਿਰਾਸ਼ਾਵਾਦੀਆਂ ਲਈ ਅੱਧਾ ਖਾਲੀ ਹੁੰਦਾ ਹੈ, ਪਰ ਜਿਸ ਨੇ ਉਸ ਗਲਾਸ ਨੂੰ ਭਰਨਾ ਹੈ ਉਸ ਲਈ ਅੱਧਾ ਖਾਲੀ ਜਾਂ ਅੱਧਾ ਭਰਿਆ ਹੋਇਆ ਇੱਕ ਹੀ ਅਰਥ ਰੱਖਦਾ ਹੈ। ਇਵੇਂ ਹੀ ਪ੍ਰਸ਼ੰਸਾ ਤਾਂ ਅਸੀਂ ਸ਼ੇਰ ਦੀ ਬਹਾਦਰੀ ਦੀ ਕਰਦੇ ਹਾਂ, ਪਰ ਘਰ ਦੀ ਰਾਖੀ ਲਈ ਅਸੀਂ ਕੁੱਤਾ ਪਾਲਦੇ ਹਾਂ। ਭੌਂਕਣਾ ਕੁੱਤੇ ਦੀ ਯੋਗਤਾ ਹੈ, ਉਹ ਭੌਂਕ ਕੇ ਮਾਲਕ ਨੂੰ ਸੁਚੇਤ ਕਰਦਾ ਹੈ, ਪਰ ਨਿਰੰਤਰ ਭੌਂਕਣ ਵਾਲੇ ਕੁੱਤੇ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਬੇਮੁਹਾਰ ਹੋਣਾ ਯੋਗਤਾ ਦੀ ਉਲੰਘਣਾ ਹੈ। ਕਿਨਾਰਿਆਂ ਬਿਨਾਂ ਪਾਣੀ ਦਾ ਕੋਈ ਆਕਾਰ ਨਹੀਂ ਹੁੰਦਾ। ਸਵੈ ਕਾਬੂ ਤੋਂ ਬਿਨਾਂ ਯੋਗਤਾ ਵਿਭਚਾਰ ਦੇ ਰਾਹ ਪੈ ਜਾਂਦੀ ਹੈ। ਸਵੈ ਕਾਬੂ ਚਿੰਤਨ ਅਤੇ ਚੇਤਨਾ ਵਿੱਚੋਂ ਉਪਜਦਾ ਹੈ, ਜਦੋਂ ਕਿ ਅਨੁਸ਼ਾਸਨ ਡਰ ਵਿੱਚੋਂ ਉਪਜਦਾ ਤੇ ਬਾਹਰੋਂ ਠੋਸਿਆ ਜਾਂਦਾ ਹੈ। ਸਵੈ ਕਾਬੂ ਯੋਗਤਾ ਦਾ ਪਹਿਲਾ ਲੱਛਣ ਹੈ। ਉਦਾਸ ਹੋਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਪ੍ਰਸੰਨ ਬਿਨਾਂ ਕਾਰਨ ਦੇ ਵੀ ਹੋਇਆ ਜਾ ਸਕਦਾ ਹੈ। ਸਾਰੇ ਧਰਮਾਂ ਦਾ ਉਦੇਸ਼ ਮਨੁੱਖ ਨੂੰ ਪ੍ਰਸੰਨ ਕਰਨਾ, ਪਰ ਧਰਮ ਦੀ ਸ਼ਰਨ ਵਿੱਚ ਅਸੀਂ ਉਦੋਂ ਆਉਂਦੇ ਹਾਂ ਜਦੋਂ ਅਸੀਂ ਆਪਣੀ ਸਿਰਜੀ ਉਦਾਸੀ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ। ਕਿਸੇ ਧਰਮ ਨੂੰ ਬਦਨਾਮ ਉਸ ਧਰਮ ਦੇ ਕੱਟੜ ਸ਼ਰਧਾਲੂ ਹੀ ਕਰਦੇ ਹਨ। ਜਿਸ ਸਮਾਜ ਦਾ ਧਰਮ ਵਿੱਚ ਨਵੇਂ ਹੋਣ ਦੀ ਸਮਰੱਥਾ ਨਹੀਂ ਰਹਿੰਦੀ, ਉਸ ਸਮਾਜ ਤੇ ਧਰਮ ਵਿੱਚ ਰੌਣਕ ਮੁੱਕ ਜਾਂਦੀ ਹੈ। ਅਜਿਹੇ ਧਰਮਾਂ ਤੇ ਸਮਾਜਾਂ ਵਿੱਚ ਜੀਣਾ ਤੇ ਮਰਨਾ ਦੋਵੇਂ ਅਸੰਭਵ ਹੋ ਜਾਂਦੇ ਹਨ, ਕਿਉਂਕਿ ਮਨੁੱਖ ਤੋਂ ਜੀਣ ਦਾ ਸਲੀਕਾ ਹੀ ਗੁਆਚ ਜਾਂਦਾ ਹੈ। ਆਪਣੇ ਹੱਕਾਂ ਪ੍ਰਤੀ ਇੰਨੇ ਸੁਚੇਤ ਨਾ ਹੋ ਕਿ ਜੀਣ ਦੀ ਜਾਚ ਹੀ ਭੁੱਲ ਜਾਓ। ਆਪਣੇ ਫਰਜ਼ਾਂ ਤੇ ਦੂਜਿਆਂ ਦੇ ਹੱਕਾਂ ਪ੍ਰਤੀ ਸੁਚੇਤ ਰਹਿਣ ਵਾਲਾ ਮਨੁੱਖ ਕਦੇ ਨਿਰਾਸ਼ ਨਹੀਂ ਹੁੰਦਾ। ਇੱਕ ਯੋਗ ਵਿਅਕਤੀ ਨੂੰ ਇੱਕ ਯੋਗ ਵਿਅਕਤੀ ਵਾਲਾ ਵਿਹਾਰ ਕਰਨਾ ਚਾਹੀਦਾ ਹੈ, ਜਿਵੇਂ ਇੱਕ ਯੋਧੇ ਨੂੰ ਇੱਕ ਯੋਧੇ ਵਾਂਗ ਜਿੱਤਣਾ ਹਾਰਨਾ ਚਾਹੀਦਾ ਹੈ। ਮਨ ਦੀ ਲੂਣਕੀ ਵਿੱਚ ਜੇ ਵਫਾ ਦਾ ਨਮਕ ਨਹੀਂ ਤਾਂ ਜ਼ਿੰਦਗੀ ਬੇਸੁਆਦੀ ਹੀ ਰਹੇਗੀ। ਦਿਨ ਬੇਚੈਨੀ 'ਚ ਗੁਜ਼ਰਨਗੇ। ਰਿਸ਼ਤਿਆਂ ਵਿੱਚੋਂ ਸੁੱਖ ਤੇ ਸੰਤੋਖ ਦੀ ਥਾਂ ਪਰੇਸ਼ਾਨੀ ਹੀ ਮਿਲੇਗੀ। ਜਿੱਥੇ ਕਿਧਰੇ ਆਦਰਸ਼ ਗਲਤ ਹੋਣਗੇ ਉੱਥੇ ਯੋਗਤਾ ਨਹੀਂ, ਸਿਫਾਰਿਸ਼ ਤੇ ਰਿਸ਼ਵਤ ਦਾ ਬੋਲਬਾਲਾ ਹੋਏਗਾ। ਉੱਥੇ ਤਣਾਅ ਤੇ ਬੇਚੈਨੀ ਹੋਏਗੀ। ਉੱਥੇ ਰਿਸ਼ਤੇ ਨਹੀਂ ਉਸਰਨਗੇ, ਸਗੋਂ ਰਿਸ਼ਤੇ ਟੁੱਟਣਗੇ। ਬੇਚੈਨੀ ਗਲਤ ਆਦਰਸ਼ਾਂ ਦਾ ਫਲ ਹੁੰਦੀ ਹੈ। ਰਿਸ਼ਤਾ ਉਹ ਜਿੱਥੇ ਗੱਲ ਟੁਰਦੀ ਰਹੇ। ਦੂਜਿਆਂ ਦੇ ਅਪਮਾਨ ਦੀਆਂ ਇੱਟਾਂ ਨਾਲ ਆਪਣੀ ਇੱਜ਼ਤ ਦਾ ਗੁੰਬਦ ਨਹੀਂ ਉਸਾਰਿਆ ਜਾ ਸਕਦਾ। ਗੁਹਾਰੇ ਵਿੱਚ ਪੈ ਕੇ ਹੀ ਸੋਨਾ ਖੋਟ ਦੀ ਜੱਫੀ ਵਿੱਚੋਂ ਨਿਕਲਦਾ ਹੈ। ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਨੇ ਅਸਮਾਨੀ ਬਿਜਲੀ ਵਾਂਗ ਚਮਕਦੀ ਤਲਵਾਰ ਨਾਲ ਜਦੋਂ ਸਿਰ ਮੰਗੇ ਸਨ ਤਾਂ ਉਸ ਵਿਸ਼ਾਲ ਇਕੱਠ ਵਿੱਚ ਸਿਰ ਕੇਵਲ ਪੰਜਾਂ ਕੋਲ ਹੀ ਸਨ ਤੇ ਉਹ ਆਪਣੀ ਮੌਤ ਵਿੱਚੋਂ ਸਦੀਵੀ ਜੀਵਨ ਵੇਖਣ ਦੀ ਯੋਗਤਾ ਰੱਖਦੇ ਸਨ। ਉਦੋਂ ਸਿੱਖ ਅੰਮ੍ਰਿਤ ਛਕ ਕੇ ਬਹਾਦਰ ਨਹੀਂ ਸਨ ਹੋ ਜਾਂਦੇ, ਉਦੋਂ ਅੰਮ੍ਰਿਤ ਛਕਦੇ ਹੀ ਬਹਾਦਰ ਸਨ। ਜਦੋਂ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਅਰਜੁਨ ਸੰਸਿਆ ਵਿੱਚ ਘਿਰ ਗਿਆ ਤਾਂ ਕ੍ਰਿਸ਼ਨ ਨੇ ਉਹਦੀ ਨਿਰਭੈ ਯੋਗਤਾ ਜਗਾਉਣ ਲਈ ਗੀਤਾ ਉਚਾਰੀ। ਕ੍ਰਿਸ਼ਨ ਨੇ ਗੀਤਾ ਆਖੀ ਨਹੀਂ ਸੀ, ਅਰਜਨ ਨੇ ਅਖਵਾਈ ਸੀ। ਗੀਤਾ ਕੇਵਲ ਅਰਜਨ ਨੂੰ ਹੀ ਆਖੀ ਜਾ ਸਕਦੀ ਸੀ, ਕੇਵਲ ਉਹੀ ਉਹਦੇ ਯੋਗ ਸੀ। ਯੂਨਾਨ ਨੇ ਜ਼ਹਿਰ ਵਾਲਾ ਪਿਆਲਾ ਪਿਲਾ ਕੇ ਸੁਕਰਾਤ ਨੂੰ ਨਹੀਂ ਸੀ ਮਾਰਿਆ,
ਸਗੋਂ ਯੂਨਾਨ ਨੇ ਉਹ ਸੁਕਰਾਤ ਪੈਦਾ ਕੀਤਾ ਸੀ ਜਿਸ ਵਿੱਚ ਸੱਚ ਦੀ ਖਾਤਰ ਜ਼ਹਿਰ ਦਾ ਪਿਆਲਾ ਪੀਣ ਦੀ ਯੋਗਤਾ ਸੀ। ਸੁਕਰਾਤ ਮਾਨਵ ਜਾਤੀ ਦਾ ਅਧਿਆਪਕ ਸੀ। ਉਹਦੇ ਅੰਦਰ ਸੱਚ ਨੂੰ ਵਸਾਉਣ ਦੀ ਯੋਗਤਾ ਸੀ। ਜਿਸ ਅਧਿਆਪਕ ਵਿੱਚ ਸੰਜਮ ਤੇ ਸੰਤੋਖ ਨਹੀਂ ਤੇ ਜਿਸ ਨੂੰ ਇਕੱਲ ਪਸੰਦ ਨਹੀਂ, ਉਹਦੀ ਸਿੱਖਿਆ ਵਿੱਚ ਅਸਰ ਨਹੀਂ ਹੋਏਗਾ। ਇਸਤਰੀਆਂ ਵਿੱਚ ਹਵਾਈ ਕਿਲੇ ਬਣਾਉਣ ਦੀ ਯੋਗਤਾ ਪੁਰਸ਼ਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਕਿਉਂਕਿ ਉਹਨਾਂ ਦੀ ਦਿਲਚਸਪੀ ਵਰਤਮਾਨ 'ਚ ਹੁੰਦੀ ਹੈ। ਭਵਿੱਖ ਦੀ ਉਹ ਪੁਰਸ਼ਾਂ ਵਾਂਗ ਚਿੰਤਾ ਨਹੀਂ ਕਰਦੀਆਂ। ਨਿਰਸੰਦੇਹ ਉਹ ਸੋਚਦੀਆਂ ਭਾਵੇਂ ਘੱਟ ਹਨ, ਪਰ ਉਹ ਮਹਿਸੂਸ ਵਧੇਰੇ ਕਰਦੀਆਂ ਹਨ। ਵਧੇਰੇ ਸੋਚਣ ਕਾਰਨ ਪੁਰਸ਼ਾਂ ਵਿੱਚ ਮਹਿਸੂਸ ਕਰਨ ਦੀ ਯੋਗਤਾ ਘਟਦੀ ਜਾ ਰਹੀ ਹੈ। ਇਸਤਰੀਆਂ ਆਪਣੇ ਕਿਸੇ ਦੇ ਮਰਨ 'ਤੇ ਮਹਿਸੂਸ ਕਰਨ 'ਤੇ ਰੋਂਦੀਆਂ ਹਨ। ਪੁਰਸ਼ ਸੋਚਣ ਲੱਗ ਪੈਂਦਾ ਹੈ, ਮਹਿਸੂਸ ਕਰਨ ਦੀ ਸ਼ਕਤੀ ਉਸ ਵਿੱਚ ਨਹੀਂ ਹੁੰਦੀ। ਯੋਗਤਾ ਕੁਝ ਕਰਨ, ਕੁਝ ਸਮਝਣ, ਕੁਝ ਸਮਝਾਉਣ, ਕੁਝ ਕਹਿਣ, ਕੁਝ ਸੁਣਨ, ਕੁਝ ਵਿਉਂਤਣ, ਕੁਝ ਦੂਜਿਆਂ ਦੇ ਸੰਦਰਭ ਵਿੱਚ ਸੋਚਣ ਆਦਿ ਦੀ ਸਮਰੱਥਾ ਦਾ ਨਾਂ ਹੈ। ਇਸ ਦੇ ਅਨੇਕਾਂ ਖੇਤਰ ਹਨ: ਸਰੀਰਕ, ਭਾਵੁਕ, ਬੌਧਿਕ, ਆਰਥਿਕ ਤੇ ਸਮਾਜਿਕ। ਹਰ ਵਿਅਕਤੀ, ਹਰ ਪਰਿਵਾਰ, ਹਰ ਸਮਾਜ ਤੇ ਹਰ ਕੌਮ ਜਾਂ ਦੇਸ਼ ਦੀ ਇੱਕ ਔਸਤ ਯੋਗਤਾ ਹੁੰਦੀ ਹੈ। ਕੋਈ ਵੀ ਕੰਪਨੀ, ਸੰਸਥਾ, ਪਰਿਵਾਰ ਜਾਂ ਸਮਾਜ ਨਿਰੋਲ ਅਯੋਗ ਲੋਕਾਂ ਨਾਲ ਨਹੀਂ ਚੱਲ ਸਕਦਾ। ਸਾਡੀ ਯੋਗਤਾ ਉਪਜਾਉਣ ਤੇ ਵਿਕਸਿਤ ਕਰਨ ਵਿੱਚ ਸਾਡੇ ਮਾਪੇ, ਅਧਿਆਪਕ, ਅਨੁਭਵ, ਪੁਸਤਕਾਂ, ਆਲਾ ਦੁਆਲਾ, ਸਮਾਜਿਕ ਤੇ ਆਰਥਿਕ ਪ੍ਰਸਥਿਤੀਆਂ ਮਹੱਤਵਪੂਰਨ ਯੋਗ ਪਾਉਂਦੀਆਂ ਹਨ। ਯੋਗਤਾ ਸਾਡੇ ਅੰਦਰ ਹੁੰਦੀ ਹੈ। ਪ੍ਰਸਥਿਤੀਆਂ ਤੇ ਵਾਤਾਵਰਨ ਉਸ ਨੂੰ ਜਗਾਉਣ ਦਾ ਕਾਰਜ ਕਰਦੇ ਹਨ। ਕਿਸੇ ਵੀ ਜਿੰਦੇ ਨੂੰ ਖੋਲ੍ਹਣ ਵਾਸਤੇ ਕੁੰਜੀ ਦੀ ਹੀ ਲੋੜ ਨਹੀਂ ਹੁੰਦੀ, ਉਸ ਕੁੰਜੀ ਨੂੰ ਮਰੋੜਨ ਦੀ ਵੀ ਲੋੜ ਹੁੰਦੀ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਤੇ ਜਿਸ ਕਿਸੇ ਨੂੰ ਵੀ ਮਿਲਦੇ ਹਾਂ, ਉਹ ਸਾਡੀ ਯੋਗਤਾ ਨੂੰ ਚੰਗੇ ਜਾਂ ਮਾੜੇ ਪੱਖ ਤੋਂ ਪ੍ਰਭਾਵਿਤ ਕਰਦਾ ਹੈ। ਤੁਹਾਡੀ ਯੋਗਤਾ ਕਿਹੋ ਜਿਹੀ ਵੀ ਹੋਵੇ, ਕਿੰਨੀ ਵੀ ਘੱਟ ਕਿਉਂ ਨਾ ਹੋਵੇ, ਤੁਹਾਡੇ ਨਾਲੋਂ ਨੀਵੀਂ ਪੌੜੀ 'ਤੇ ਖਲੋਤਾ ਹੋਇਆ ਕੋਈ ਨਾ ਕੋਈ ਅਜਿਹਾ ਹੋਏਗਾ ਜੋ ਤੁਹਾਨੂੰ ਮਾਹਿਰ ਤੇ ਨਿਪੁੰਨ ਸਮਝਦਾ ਹੈ। ਇਵੇਂ ਕੋਈ ਵੀ ਵਿਅਕਤੀ ਪੂਰਨ ਭਾਂਤ ਅਯੋਗ ਨਹੀਂ ਹੁੰਦਾ। ਕਿਸੇ ਇੱਕ ਖੇਤਰ ਦਾ ਅਨਾੜੀ ਕਿਸੇ ਹੋਰ ਖੇਤਰ ਦਾ ਮਾਹਿਰ ਸਿੱਧ ਹੋ ਜਾਂਦਾ ਹੈ। ਕੁਝ ਕੰਮ ਅਜਿਹੇ ਹੁੰਦੇ ਹਨ ਜੋ ਤੁਸੀਂ ਹੀ ਕਰਨੇ ਹਨ, ਜੋ ਤੁਸੀਂ ਹੀ ਕਰ ਸਕਦੇ ਹੋ। ਜੇ ਤੁਸੀਂ ਨਹੀਂ ਕਰੋਗੇ ਤਾਂ ਕੋਈ ਨਹੀਂ ਕਰੇਗਾ। ਕੋਈ ਨਾ ਕੋਈ ਹਮੇਸ਼ਾ ਅਜਿਹਾ ਹੁੰਦਾ ਹੈ ਜੋ ਤੁਹਾਡੇ ਚਲੇ ਜਾਣ 'ਤੇ ਤੁਹਾਨੂੰ ਯਾਦ ਕਰਦਾ ਹੈ। ਅਸੀਂ ਆਪਣੀ ਯੋਗਤਾ ਇਸੇ ਕਰਕੇ ਵਧਾਉਂਦੇ ਹਾਂ ਤਾਂ ਜੋ ਅਸੀਂ ਕਿਸੇ ਦੀ ਯਾਦ ਬਣ ਜਾਈਏ। ਕਿਸੇ ਵੀ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕੀਤਾ ਸਾਰਾ ਗਿਆਨ ਤੇ ਵਿਕਸਿਤ ਕੀਤੀ ਹੋਈ ਸਾਰੀ ਯੋਗਤਾ ਵਰਤਣ ਦੀ ਲੋੜ ਨਹੀਂ ਪੈਂਦੀ। ਪਰ ਇਹ ਵੀ ਸੱਚ ਹੈ ਕਿ ਸਾਡੇ ਹਰ ਕਾਰਜ ਤੇ ਸਾਡੀ ਹਰ ਗੱਲ ਵਿੱਚ ਸਾਡਾ ਸਮੁੱਚਾ ਗਿਆਨ ਤੇ ਸਾਡੀ ਸਮੁੱਚੀ ਯੋਗਤਾ ਝਲਕਦੀ ਹੈ। ਗਿਆਨ ਸਾਨੂੰ ਪਰ ਦਿੰਦਾ ਹੈ ਉੱਡਣ ਲਈ, ਤਜਰਬਾ ਜਾਂ ਅਨੁਭਵ ਸਾਨੂੰ ਜੜ੍ਹਾਂ ਦਿੰਦਾ ਹੈ ਧਰਤੀ ਵਿੱਚ ਖੁੱਭਣ ਲਈ। ਬਚਪਨ ਵਿੱਚ ਮੈਂ ਸਮਝਦਾ ਸਾਂ ਕਿ ਮੇਰੇ ਪਿਤਾ ਜੀ ਸਭ ਕੁਝ ਜਾਣਦੇ ਸਨ। ਜਵਾਨੀ 'ਚ ਪ੍ਰਤੀਤ ਹੋਇਆ ਕਿ ਬਹੁਤ ਪਛੜੇ ਹੋਏ ਹਨ। ਉਹਨਾਂ ਦਾ ਗਿਆਨ ਬਹੁਤ ਪੁਰਾਣਾ ਹੈ। ਜਦੋਂ ਮੈਂ ਆਪ ਪਿਤਾ ਬਣਿਆ ਤਾਂ ਮੈਨੂੰ ਆਪਣੀ ਅਯੋਗਤਾ ਦਾ ਤੀਬਰ ਅਹਿਸਾਸ ਹੋਇਆ। ਹੁਣ ਜਦੋਂ ਮੈਂ ਆਪ ਬੁਢਾਪੇ ਵਿੱਚ ਦਾਖਲ ਹੋ ਰਿਹਾ ਤਾਂ ਮੈਂ ਇਹ ਸੋਚ ਕੇ ਅਕਸਰ ਪਰੇਸ਼ਾਨ ਹੋ ਜਾਂਦਾ ਕਿ ਮੈਂ ਆਪਣੇ ਪਿਤਾ ਜੀ ਵਰਗਾ ਸਰਲ, ਨਿਰਛਲ ਤੇ ਸੁਹਿਰਦ ਤੇ ਇਮਾਨਦਾਰ ਕਿਉਂ ਨਹੀਂ ਬਣ ਸਕਿਆ। ਯੋਗਤਾ ਦਾ ਮਾਰਗ ਪਤਾ ਤਾਂ ਹਰ ਕਿਸੇ ਨੂੰ ਹੈ, ਪਰ ਇਸ ਰਾਹ ਉੱਤੇ ਕਿਸੇ ਵਿੱਚ ਟੁਰਨ ਦੀ ਹਿੰਮਤ ਨਹੀਂ ਹੁੰਦੀ। ਕਹਿੰਦੇ ਹਨ, ਵਿਚਾਰਾਂ ਨੂੰ ਕਾਰਜ ਦਾ ਰੂਪ ਦਿਓ, ਕਾਰਜ ਨੂੰ ਆਦਤ ਬਣਾਓ, ਆਦਤਾਂ ਚਰਿੱਤਰ ਦਾ ਨਿਰਮਾਣ ਕਰਨਗੀਆਂ ਤੇ ਚਰਿੱਤਰ ਕਿਸਮਤ ਬਣ ਜਾਏਗਾ। ਕਿਸੇ ਨੂੰ ਪਿਆਰ ਕਰਨ ਦੀ ਯੋਗਤਾ ਉਪਜਾਉਣੀ ਅਜੋਕੇ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਹੈ। ਪਿਆਰ ਸਦਾ ਦੂਜੇ ਬਾਰੇ ਸੋਚਦਾ ਹੈ। ਹੰਕਾਰ ਤੇ ਮੈਂ ਸਦਾ ਆਪਣੇ ਆਪ ਨੂੰ ਹੀ ਪਛਾਣਦੇ ਹਨ। ਪਿਆਰ ਕੁਰਬਾਨ ਹੋਣ ਦਾ ਜਜ਼ਬਾ ਹੈ, ਹੰਕਾਰ ਖੋਹਣ ਦਾ ਖੇਤਰ ਹੈ। ਪਿਆਰ ਹਰ ਸੇਵਾ ਲਈ ਹਾਜ਼ਰ ਹੈ, ਹੰਕਾਰ ਹਰ ਕਿਸੇ ਨੂੰ ਆਪਣੀ ਸੇਵਾ ਲਈ ਵਰਤਦਾ ਹੈ। ਪਿਆਰ ਉਚਾਈਆਂ ਨੂੰ ਛੂੰਹਦਾ ਹੈ, ਹੰਕਾਰ ਸਦਾ ਨੀਵਾਂ ਵੇਖਦਾ ਹੈ। ਜਦੋਂ ਕੋਈ ਉੱਚਾ ਟੀਚਾ ਮਿੱਥ ਲਈਏ ਤਾਂ ਲਿੰਗ ਭੁੱਖ ਉਸ ਵਿੱਚ ਹੀ ਰਚ ਜਾਂਦੀ ਹੈ। ਜਦੋਂ ਉਚੇਰੇ ਸਵਾਦ ਪੈਦਾ ਹੋ ਜਾਣ ਤਾਂ ਕਾਮ ਦਾ ਸਵਾਦ ਬੜਾ ਨੀਵਾਂ ਤੇ ਨਿਗੂਣਾ ਜਿਹਾ ਬਣ ਕੇ ਰਹਿ ਜਾਂਦਾ ਹੈ। ਭਗਤੀ ਤੇ ਸੇਵਾ ਨਾਲ, ਸੁਹਿਰਦਤਾ ਤੇ ਸਨੇਹ ਨਾਲ ਮਨ ਦਾ ਛੋਟਾਪਨ ਘਟਦਾ ਹੈ, ਆਪਣੀ ਪ੍ਰਵਾਨਗੀ ਵੱਧਦੀ ਹੈ, ਆਪਣੇ ਹੀ ਅੰਦਰੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜਦੋਂ ਅਸੀਂ ਸੇਵਾ ਕਰ ਰਹੇ ਹੁੰਦੇ ਹਾਂ ਉਦੋਂ ਸਾਡੀ ਵੀ ਸੇਵਾ ਹੋ ਰਹੀ ਹੁੰਦੀ ਹੈ।
ਤਾਕਤ ਰੂਹਾਨੀ ਨਹੀਂ ਹੁੰਦੀ, ਤਾਕਤ ਤੋਂ ਮੁਕਤ ਹੋਣਾ ਰੂਹਾਨੀ ਹੁੰਦਾ ਹੈ। ਯੋਗਤਾ ਹਮੇਸ਼ਾ ਵਿਗੋਚੇ ਹੋਏ, ਵਿਛੜੇ ਹੋਏ, ਭਟਕੇ ਹੋਏ, ਗੁਆਚੇ ਹੋਏ ਵਿਅਕਤੀ ਵਿੱਚ ਹੀ ਉਗੜਦੀ ਹੈ। ਇਹ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦਾ ਕੁਝ ਗੁਆਚ ਜਾਂਦਾ ਹੈ। ਸੱਚਾ ਪ੍ਰੇਮੀ, ਸ਼ਰਧਾਲੂ, ਵਿਦਿਆਰਥੀ ਤੇ ਅਧਿਆਪਕ ਉਹ ਹੁੰਦਾ ਹੈ ਜੋ ਗੁਆਚੇ ਦੀ ਖੋਜ ਵਿੱਚ ਹੋਵੇ। ਚਿੰਤਾ ਤੇ ਦੁੱਖ ਖੋਜ ਦੇ ਮੁੱਢਲੇ ਆਧਾਰ ਹਨ। ਭੁੱਖ ਤੇ ਪਿਆਰ ਯੋਗਤਾ ਦੇ ਮੁੱਢਲੇ ਪ੍ਰੇਰਕ ਹਨ। ਸਮੇਂ ਦੇ ਮਹੱਤਵ ਦੀ ਸੋਝੀ ਤੋਂ ਬਿਨਾਂ ਕੋਈ ਯੋਗਤਾ ਸੰਭਵ ਨਹੀਂ ਹੁੰਦੀ। ਵਕਤ ਦੇ ਬੀਤਣ ਨਾਲ ਸਾਡੇ ਕੋਲ ਸਮਾਂ ਹੀ ਨਹੀਂ ਗੁਆਚਦਾ, ਸਾਡੇ ਕੋਲੋਂ ਸਮੇਂ ਨੂੰ ਠੀਕ ਢੰਗ ਨਾਲ ਵਰਤਣ ਦੀ ਯੋਗਤਾ ਵੀ ਗੁਆਚ ਜਾਂਦੀ ਹੈ। ਜਿਹੜੇ ਦੁੱਖਾਂ ਤੇ ਗਮਾਂ ਨੂੰ ਸ਼ਰਾਬ ਵਿੱਚ ਡੁਬੋਣ ਦਾ ਯਤਨ ਕਰਦੇ ਹਨ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਚਾਹੀਦਾ ਹੈ ਕਿ ਦੁੱਖ ਤੇ ਗਮ ਡੁੱਬਣ ਵਾਲੀਆਂ ਚੀਜ਼ਾਂ ਨਹੀਂ, ਇਹ ਤਰਦੀਆਂ ਰਹਿੰਦੀਆਂ ਹਨ। ਮਿਹਨਤ ਸਭ ਮੁਸ਼ਕਲਾਂ ਤੇ ਮੁਸੀਬਤਾਂ ਨੂੰ ਜਿੱਤ ਲੈਂਦੀ ਹੈ। ਬੋਤਲ ਉੱਤੇ ਕੀਤੀ ਮਿਹਨਤ ਕਿਸੇ ਲੇਖੇ ਨਹੀਂ ਲੱਗਦੀ। ਮੈਨੂੰ ਉਹ ਲੋਕ ਬਹੁਤ ਚੰਗੇ ਲੱਗਦੇ ਹਨ ਜਿਨ੍ਹਾਂ ਕੋਲ ਇੱਕ ਹੀ ਥੈਲੇ ਨਾਲ ਸਫ਼ਰ ਕਰਨ ਦੀ ਯੋਗਤਾ ਹੁੰਦੀ ਹੈ। ਮੈਨੂੰ ਉਹ ਜਵਾਨ ਚੰਗੇ ਲੱਗਦੇ ਹਨ ਜਿਨ੍ਹਾਂ ਕੋਲ ਬਜ਼ੁਰਗਾਂ ਦੀ ਗੱਲ ਧੀਰਜ ਨਾਲ ਸੁਣਨ ਦੀ ਯੋਗਤਾ ਹੁੰਦੀ ਹੈ। ਮੈਨੂੰ ਉਹ ਕਲਰਕ ਚੰਗੇ ਲੱਗਦੇ ਹਨ ਜਿਹੜੇ ਕੰਮ ਨੂੰ ਕਰਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ। ਮੈਨੂੰ ਉਹ ਅਧਿਆਪਕ ਬਹੁਤ ਚੰਗੇ ਲੱਗਦੇ ਹਨ ਜਿਹੜੇ ਪੜ੍ਹਾਉਂਦੇ ਵੀ ਹਨ ਤੇ ਪੜ੍ਹਦੇ ਵੀ ਹਨ। ਮੈਨੂੰ ਸਭ ਤੋਂ ਚੰਗੇ ਉਹ ਲੱਗਦੇ ਹਨ ਜਿਨ੍ਹਾਂ ਵਿੱਚ ਸੰਗੀਤ ਦਾ ਕੋਈ ਸਾਜ਼ ਵਜਾਉਣ ਦੀ ਯੋਗਤਾ ਹੁੰਦੀ ਹੈ। ਮੈਨੂੰ ਉਹ ਇਸਤਰੀਆਂ ਚੰਗੀਆਂ ਲੱਗਦੀਆਂ ਹਨ ਜਿਨ੍ਹਾਂ ਦੇ ਚਿਹਰੇ 'ਤੇ ਉਹਨਾਂ ਦੇ ਅੰਦਰਲੇ ਚਾਨਣੇ ਦਾ ਜਲਾਉ ਹੁੰਦਾ ਹੈ। ਮੈਨੂੰ ਉਹ ਲੋਕ ਚੰਗੇ ਲੱਗਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਸੁਪਨੇ ਹੁੰਦੇ ਹਨ। ਸੁਪਨੇ ਹਕੀਕਤ ਤੋਂ ਅੱਗੇ ਨਹੀਂ ਹੁੰਦੇ, ਉੱਚੇ ਵੀ ਹੁੰਦੇ ਹਨ। ਸੁਪਨਿਆਂ ਨੂੰ ਹਕੀਕਤ ਦੇ ਸੰਗਲ ਬੰਨ੍ਹ ਕੇ ਥੱਲੇ ਨਹੀਂ ਪਟਕਾਉਣਾ ਚਾਹੀਦਾ, ਸਗੋਂ ਹਕੀਕਤ ਨੂੰ ਉਛਾਲ ਕੇ ਸੁਪਨਿਆਂ ਦੇ ਬਰਾਬਰ ਹੋਣ ਦੀ ਯੋਗਤਾ ਉਪਜਾਉਣੀ ਚਾਹੀਦੀ ਹੈ। ਜੰਗ ਜਿੱਤਣ ਲਈ ਲੜਾਈ ਹਾਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਜ਼ਿੰਦਗੀ ਦੇ ਘਾਟੇ ਬਰਦਾਸ਼ਤ ਕਰਨ ਲਈ ਸਾਡਾ ਇਮਾਨਦਾਰ ਹੋਣਾ ਜ਼ਰੂਰੀ ਹੈ। ਬੇਈਮਾਨੀ ਕਦੇ ਵੀ ਲੋੜ ਨਹੀਂ ਹੁੰਦੀ, ਇਹ ਇੱਕ ਆਦਤ ਹੁੰਦੀ ਹੈ। ਇਮਾਨਦਾਰੀ ਕਿਸੇ ਕਿਸੇ ਦੀ ਮਜਬੂਰੀ ਹੁੰਦੀ ਹੈ, ਪਰ ਹਰ ਕੋਈ ਇੰਨਾ ਮਜਬੂਰ ਨਹੀਂ ਹੁੰਦਾ ਕਿ ਉਹ ਇਮਾਨਦਾਰ ਹੋ ਨਿਬੜੇ। ਸਧਾਰਨ ਹੋਏ ਬਿਨਾਂ ਇਮਾਨਦਾਰ ਨਹੀਂ ਹੋਇਆ ਜਾ ਸਕਦਾ। ਆਸ ਰੱਖ ਕੇ ਕੀਤੀ ਹੋਈ ਨੇਕੀ ਨੇਕੀ ਨਹੀਂ ਹੁੰਦੀ, ਅਹਿਸਾਨ ਹੁੰਦੀ ਹੈ। ਅਹਿਸਾਨ ਕਰਨਾ ਬੜਾ ਵੱਡਾ ਜ਼ੁਲਮ ਹੈ। ਛੁਪਾਉਣ ਦੀ ਚਿੰਤਾ ਬੇਈਮਾਨੀ ਨੂੰ ਹੁੰਦੀ ਹੈ। ਇਮਾਨਦਾਰੀ ਨੂੰ ਘੁੰਡ ਕੱਢਣ ਦੀ ਲੋੜ ਨਹੀਂ। ਕੁਦਰਤੀ ਨਜ਼ਾਰੇ ਇਸ ਲਈ ਸੋਹਣੇ ਹੁੰਦੇ ਹਨ ਕਿਉਂਕਿ ਉਹਨਾਂ ਦਾ ਕੋਈ ਵੀ ਭਾਗ ਲੁਕਿਆ ਹੋਇਆ ਨਹੀਂ ਹੁੰਦਾ। ਕੋਇਲ ਨੂੰ ਗਾਉਣ ਲਈ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ। ਯੋਗਤਾ ਨੂੰ ਪ੍ਰਗਟਾਉਣ ਦੀ ਲੋੜ ਨਹੀਂ ਪੈਂਦੀ, ਲੋਕ ਆਪੇ ਪਛਾਣ ਲੈਂਦੇ ਹਨ। ਰੱਬ ਆਪਣੇ ਸ਼ਰਧਾਲੂਆਂ ਨੂੰ ਆਪੇ ਲੱਭ ਲੈਂਦਾ ਹੈ। ਚਿੱਟੇ ਵਾਲਾਂ ਨਾਲ ਯੋਗਤਾ ਘਟਦੀ ਨਹੀਂ। ਜੇ ਛੱਤ ਉੱਤੇ ਬਰਫ਼ ਪੈ ਰਹੀ ਹੋਵੇ ਜਾਂ ਪਈ ਹੋਵੇ ਤਾਂ ਇਹਦਾ ਇਹ ਅਰਥ ਨਹੀਂ ਕਿ ਹੇਠਾਂ ਚੁੱਲ੍ਹੇ ਵਿੱਚ ਅੱਗ ਨਹੀਂ ਹੈ। ਹਰ ਮਨੁੱਖ ਵਿੱਚ ਲਾਸਾਨੀ ਹੋਣ ਦੀ ਰੀਝ ਬਲਵਾਨ ਹੁੰਦੀ ਹੈ। ਹਰ ਕੋਈ ਯੋਗ ਬਣਨਾ ਚਾਹੁੰਦਾ ਹੈ। ਕੋਈ ਤਾਕਤ ਵਿੱਚ, ਕੋਈ ਨਜ਼ਾਕਤ ਵਿੱਚ, ਕੋਈ ਲਿਆਕਤ ਵਿੱਚ, ਕੋਈ ਸ਼ਹਾਦਤ ਵਿੱਚ, ਕੋਈ ਜ਼ਬਰ ਵਿੱਚ, ਕੋਈ ਜ਼ੁਲਮ ਵਿੱਚ, ਕੋਈ ਕੋਮਲਤਾ ਵਿੱਚ ਤੇ ਕੋਈ ਕਲਾ ਵਿੱਚ। ਜਦੋਂ ਕਿਸੇ ਰੀਝ ਨਾਲ ਯਤਨ ਜੋੜ ਦਿੱਤਾ ਜਾਏ ਤਾਂ ਯੋਗਤਾ ਦੇ ਪੱਖੋਂ ਲਾਸਾਨੀ ਕਰਾਮਾਤਾਂ ਵਾਪਰਦੀਆਂ ਹਨ। ਧੰਨਵਾਦ।